त्याग अरदास हमारी, जियो पिंड सब तेरा। कहो नानक सब तेरी वडियाई, कोई नाम न जाने मेरा। सतनाम श्री वाहिगुरु साहिब जी। सूही महला पंजवा, जाके तरस पाप कोट उतारे। भेटत संग इहो भव जल तारे। जाके तरस पाप कोट उतारे। भेटत संग इहो भव जल तारे। ओए साजन ओए मीत प्यारे, जो हमको हर नाम चितारे। रहाओ जाका शब्द सुनत सुख सारे। जाकी टहल जम दूत बिदारे। जाकी तीरक इस मन है सधारे। जाके सिमरन मुख उजलारे। प्रभ के सेवक प्रभ आप सवारे। शरण नानक तिन सद बलिहारे। प्रभ के सेवक प्रभ आप सवारे। शरण नानक तिन सद बलिहारे। वाहिगुरु जी का खालसा, वाहिगुरु जी की फतेह। गुरु प्यारी साध संगत जीओ, पातशाह जी ने साडे ते अपार बख्शिश की है, जिहड़ी असीं ऐतवार गुरु महाराज के हुक्म दे जो वाक सानूं मिलता है उस दे अर्थां नूं जां उसका भाव अर्थ की है ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਹਰ ਐਤਵਾਰ ਆਪਾਂ ਇਹੀ ਗੱਲ ਵਿਚਾਰਦੇ ਹਾਂ ਕਿ ਜਿਹੜਾ ਇਹ ਯੁੱਗ ਚੱਲਦਾ ਪਿਆ ਹੈ ਇਸ ਨੂੰ ਕਲ ਯੁੱਗ ਕਿਹਾ ਗਿਆ ਹੈ। 4 ਯੁੱਗ ਹਨ, ਸਤ ਯੁੱਗ, ਦੁਆਪਰ ਯੁੱਗ, ਤ੍ਰੇਤਾ ਯੁੱਗ ਤੇ ਕਲ ਯੁੱਗ। ਸਭ ਤੋਂ ਭਿਆਨਕ ਕਲ ਯੁੱਗ ਨੂੰ ਕਿਹਾ ਗਿਆ ਹੈ, ਜਦੋਂ ਵੱਖ-ਵੱਖ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਜਾਂਦਾ ਹੈ ਜਾਂ ਫਿਰ ਕਿਸੇ ਸਾਧੂ ਪੁਰਸ਼ਾਂ ਦੇ ਵਚਨ ਸੁਣੇ ਜਾਂਦੇ ਹਨ ਤਾਂ ਉਹ ਇਹ ਗੱਲ ਸਾਫ਼ ਕਹਿੰਦੇ ਹਨ ਕਿ ਜਿਸ ਯੁੱਗ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਇਹ ਕਲ ਯੁੱਗ ਹੈ। ਕਲ ਯੁੱਗ ਦਾ ਇੱਕ ਫਾਇਦਾ ਵੀ ਹੈ ਤੇ ਇਸ ਦਾ ਨੁਕਸਾਨ ਵੀ ਹੈ। ਨੁਕਸਾਨ ਇਹ ਹੈ ਕਿ ਇਸ ਦੇ ਵਿੱਚ ਅਸੀਂ ਆਪਣੇ ਪਰਮ ਮਨੋਰਥ, ਜੋ ਜ਼ਿੰਦਗੀ ਦਾ ਮੁੱਖ ਮਨੋਰਥ ਹੁੰਦਾ ਹੈ, ਉਸ ਤੋਂ ਅਵੇਸਲੇ ਰਹਿੰਦੇ ਹਾਂ ਜਾਂ ਫਿਰ ਟੁੱਟੇ ਰਹਿੰਦੇ ਹਾਂ। ਪਰ ਕਲ ਯੁੱਗ ਦਾ ਫਾਇਦਾ ਇਹ ਹੈ ਕਿ ਜੇਕਰ ਕੋਈ ਇਸ ਯੁੱਗ ਦੇ ਵਿੱਚ ਰੱਬ ਦੇ ਨਾਮ ਦਾ ਸਿਮਰਨ ਕਰਦਾ ਹੈ, ਰੱਬ ਨੂੰ ਯਾਦ ਕਰਦਾ ਹੈ ਤਾਂ ਉਹ ਰੱਬ ਦੀ ਪ੍ਰਾਪਤੀ ਵੀ ਕਰ ਸਕਦਾ ਹੈ। ਇਹ ਫਾਇਦਾ ਹੈ। ਅਤੇ ਨੁਕਸਾਨ ਇਹ ਹੈ ਕਿ ਜਿਸ ਤਰ੍ਹਾਂ ਦਾ ਅਸੀਂ ਮਾਹੌਲ ਦੇਖਦੇ ਹਾਂ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ, ਹਰ ਪਾਸੇ ਆਪੋ ਧਾਪੀ ਹੈ। ਪਰ ਜੇ ਕੋਈ ਜੀਵ ਗੁਰੂ ਵੱਲ ਤੁਰੇਗਾ ਅਤੇ ਗੁਰੂ ਉਹਦੀ ਆਪ ਲਾਜ ਰੱਖਦਾ ਹੈ। ਅੱਜ ਦੇ ਹੁਕਮ ਅੰਦਰ ਜੋ ਕਿ ਸੂਹੀ ਰਾਗ ਵਿੱਚ ਹੈ, ਮਹੱਲਾ ਪੰਜਵਾਂ, ਭਾਵ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਦੁਆਰਾ ਫਰਮਾਇਆ ਗਿਆ ਹੈ। ਪਾਤਸ਼ਾਹ ਜੀ ਉਹ ਫਰਮਾਨ ਕਰਦੇ ਹਨ, ਜਾ ਕੇ ਦਰਸ ਪਾਪ ਕੋਟ ਉਤਾਰੇ। ਪਾਪ ਉਹ ਹੁੰਦਾ ਹੈ ਜਿਸ ਨੂੰ ਸਾਡਾ ਗੁਰੂ ਮਨਾ ਕਰੇ ਜਾਂ ਧਰਮ ਗ੍ਰੰਥ ਜਾਂ ਧਰਮ ਮਨਾ ਕਰਦਾ ਹੈ ਅਤੇ ਬੰਦਾ ਉਹ ਕੰਮ ਕਰਦਾ ਹੈ ਤਾਂ ਉਸ ਨੂੰ ਪਾਪ ਕਹਿੰਦੇ ਹਨ। ਪਰ ਪਾਤਸ਼ਾਹ ਜੀ ਕਹਿੰਦੇ ਹਨ, ਜਾ ਕੇ ਦਰਸ ਪਾਪ ਕੋਟ ਉਤਾਰੇ, ਕਿ ਜਿਸ ਦੇ ਦਰਸ਼ਨ ਕਰਨ ਦੇ ਨਾਲ ਕਰੋੜਾਂ ਹੀ ਪਾਪਾਂ ਦਾ ਉਤਾਰਾ ਹੋ ਜਾਂਦਾ ਹੈ, ਭਾਵ ਅਸੀਂ ਔਰ ਤੋਂ ਨਿਰਲੇਪ ਹੋ ਜਾਂਦੇ ਹਾਂ। ਭੇਟਤ ਸੰਗ ਇਹੋ ਭਵਜਲ ਤਾਰੇ,
ਤੇ ਜਿਸ ਨੂੰ ਮਿਲਣ ਦੇ ਨਾਲ ਭਾਵ ਜਿਸ ਦੀ ਸੰਗਤ ਕਰਨ ਦੇ ਨਾਲ ਇਹ ਸੰਸਾਰ ਰੂਪੀ ਭਵਜਲ ਸੰਸਾਰ ਨੂੰ ਇਸ ਕਰਕੇ ਕਿਹਾ ਗਿਆ ਹੈ ਕਿਉਂਕਿ ਇਹਦੇ ਵਿੱਚ ਅਸੀਂ ਰਹਿੰਦੇ ਹਾਂ ਤਾਂ ਵਿਕਾਰ, ਕਈ ਤਰ੍ਹਾਂ ਦੇ ਵਿਕਾਰਾਂ ਦੇ ਨਾਲ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਜਿਸ ਤਰ੍ਹਾਂ ਕਿ ਸਮੁੰਦਰ ਹੈ, ਉਹਦੇ ਵਿੱਚ ਜੇ ਕੋਈ ਬੰਦਾ ਜਾਵੇਗਾ ਕੁਦਰਤੀ ਹੈ ਡੁੱਬੇਗਾ ਹੀ, ਪਰ ਜੇਕਰ ਉਸ ਕੋਲ ਸਹਾਰਾ ਹੋਵੇ, ਕੋਈ ਜਹਾਜ਼ ਹੋਵੇ ਸਮੁੰਦਰੀ, ਤਾਂ ਉਹਦੇ ਵਿੱਚ ਬੈਠਾ ਹੋਵੇ ਤਾਂ ਉਸ ਨੂੰ ਕੋਈ ਡੋਬ ਨਹੀਂ ਸਕਦਾ ਤੇ ਉਹ ਤਰ ਕੇ ਜਿਹੜਾ ਦੂਸਰੇ ਪਾਸੇ ਚਲਾ ਜਾਂਦਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਇਹ ਸੰਸਾਰ ਜਿਹੜਾ ਹੈ ਸਮੁੰਦਰ ਰੂਪ ਭਵਜਲ ਹੈ ਤੇ ਇਸ ਵਿੱਚ ਵੀ ਕੋਈ ਤਾਰਨ ਵਾਲਾ ਚਾਹੀਦਾ। ਤੇ ਪਾਸ਼ੇ ਭੇਟਤ ਸੰਗ ਇਹੋ ਭਵਜਲ ਤਾਰੇ, ਕਿ ਜਿਹਨੂੰ ਮਿਲਣ ਦੇ ਨਾਲ ਅਸੀਂ ਇਸ ਸੰਸਾਰ ਸਮੁੰਦਰ ਨੂੰ ਤਰ ਸਕਦੇ ਹਾਂ। ਤੇ ਰਹਾਉ ਵਾਲੇ ਬੰਦ ਵਿੱਚ ਪਾਤਸ਼ਾਹ ਜੀ ਕੀ ਕਹਿੰਦੇ ਹਨ, ਓਏ ਸਾਜਨ ਓਏ ਮੀਤ ਪਿਆਰੇ, ਕਿ ਜਿਹਦੇ ਦਰਸ਼ਨ ਦੇ ਨਾਲ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਵੇ, ਜਿਹਨੂੰ ਮਿਲਣ ਦੇ ਨਾਲ ਇਹ ਸੰਸਾਰ ਰੂਪੀ ਭਵ ਸਾਗਰ ਤੋਂ ਤਰ ਜਾਈਏ। ਪਾਤਸ਼ਾਹ ਕਹਿੰਦੇ ਓਏ ਸਾਜਨ ਓਏ ਮੀਤ ਪਿਆਰੇ, ਉਹ ਸਾਡਾ ਸੱਜਣ ਹੈ ਤੇ ਉਹੀ ਸਾਡਾ ਮਿੱਤਰ ਪਿਆਰਾ ਹੈ। ਪਾਤਸ਼ਾਹ ਜੀ ਤੇ ਬਾਣੀ ਵਿੱਚ ਇਹੀ ਗੱਲ ਫਰਮਾਨ ਕਰਦੇ ਹਨ ਕਿ ਜਦੋਂ ਅਸੀਂ ਕਿਧਰੇ ਮੁਸ਼ਕਲ ਵਿੱਚ ਹੋਈਏ ਤੇ ਸਾਡੇ ਨਾਲ ਜਿਹੜਾ ਬੰਦਾ ਖੜਦਾ ਹੈ ਅਸਲ ਵਿੱਚ ਉਹੀ ਸਾਡਾ ਸੱਜਣ ਤੇ ਉਹੀ ਮਿੱਤਰ ਹੁੰਦਾ ਹੈ। ਇਸੇ ਤਰ੍ਹਾਂ ਅਧਿਆਤਮਿਕ ਦੁਨੀਆ ਹੈ ਕਿ ਜਦੋਂ ਰੱਬ ਦੇ ਨਾਮ ਦੀ ਦੁਨੀਆ ਹੈ, ਕਿ ਜਦੋਂ ਜੀਵ ਦਾ ਜੰਮ ਦੂਤਾਂ ਦੇ ਨਾਲ ਵਾਹ ਪੈਂਦਾ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਉੱਥੇ ਸੰਸਾਰ ਵਿੱਚ ਜਿਹੜੇ ਲੋਕ ਹਨ ਇਹ ਸਾਡੇ ਨਾਲ ਨਹੀਂ ਖੜ ਸਕਦੇ ਤੇ ਉੱਥੇ ਖੜਨ ਦੇ ਲਈ ਵੀ ਕੋਈ ਚਾਹੀਦਾ। ਤੇ ਜਦੋਂ ਜਿਹੜਾ ਉੱਥੇ ਖੜੇਗਾ ਉਹੀ ਸਾਡਾ ਸੱਜਣ ਤੇ ਉਹੀ ਸਾਡਾ ਮੀਤ ਪਿਆਰਾ ਹੈ। ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ, ਤੇ ਉਹ ਜਿਹੜਾ ਸੱਜਣ ਤੇ ਮਿੱਤਰ ਹੈ ਉਹ ਸਾਨੂੰ ਹਰੀ ਨਾਮ ਦਾ ਸਿਮਰਨ ਕਰਾਉਂਦਾ ਹੈ, ਨਾਮ ਚੇਤੇ ਕਰਾਉਂਦਾ ਹੈ। ਹੁਣ ਫਿਰ ਉਹ ਸੱਜਣ ਤੇ ਉਹ ਮਿੱਤਰ ਹੈ ਕੌਣ? ਸਾਡੇ ਕੋਲ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਤੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਇਹਦੇ ਵਿੱਚ ਦੋ ਜਣਿਆਂ ਦਾ ਹਵਾਲਾ ਮਿਲਦਾ ਹੈ ਕਿ ਜਿਹੜੇ ਸਾਡੇ ਸੱਜਣ ਤੇ ਮਿੱਤਰ ਹਨ, ਜਿਹੜੇ ਸਾਨੂੰ ਇਸ ਸੰਸਾਰ ਰੂਪੀ ਭਵਜਲ ਤੋਂ ਉਤਾਰ ਸਕਦੇ ਹਨ। ਇੱਕ ਉਹ ਲੋਕ ਜਿਹੜੇ ਰੱਬ ਨੂੰ ਚੇਤੇ ਕਰਦੇ ਹਨ ਤੇ ਉਹਨਾਂ ਨੂੰ ਸਾਧ ਸੰਗਤ ਕਿਹਾ ਜਾਂਦਾ ਹੈ, ਤੇ ਦੂਸਰਾ ਜਿਹਦੇ ਕਰਕੇ ਸਾਧ ਸੰਗਤ ਪੈਦਾ ਹੁੰਦੀ ਹੈ ਭਾਵ ਗੁਰੂ, ਜੋ ਗੁਰੂ ਹੈ ਉਹਦੀ ਹਜ਼ੂਰੀ 'ਚ ਜੋ ਸੰਗਤ ਆਉਂਦੀ ਹੈ ਉਹ ਸਾਧ ਬਣ ਜਾਂਦੀ ਹੈ। ਇੱਕ ਸੰਗਤ ਹੁੰਦੀ ਹੈ, ਇੱਕ ਸਾਧ ਸੰਗਤ ਹੁੰਦੀ ਹੈ। ਇਹ ਵੀ ਗੱਲ ਚੇਤੇ ਰੱਖਣ ਵਾਲੀ ਹੈ। ਸੰਗਤ ਭਾਵ ਜਿੱਥੇ ਦੋ ਲੋਕਾਂ ਦਾ ਜਾਂ ਦੋ ਤੋਂ ਵੱਧ ਲੋਕਾਂ ਦਾ ਇਕੱਠ ਹੋਵੇ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਗੱਲ ਚੱਲਦੀ ਹੋਵੇ, ਦੁਨਿਆਵੀ ਹੋਵੇ, ਦੁਨੀਆਦਾਰੀ ਦੀ ਗੱਲ ਚੱਲਦੀ ਹੋਵੇ, ਸੰਗਤ ਹੈ। ਪਰ ਜੇਕਰ ਉਹੀ ਦੋ ਲੋਕ ਜਾਂ ਵਧੇਰੇ ਜਿਹੜੇ ਇਕੱਠੇ ਲੋਕ ਹਨ ਗੁਰੂ ਦੀ ਗੱਲ ਕਰਨਗੇ, ਰੱਬ ਦੀ ਗੱਲ ਕਰਨਗੇ, ਤਾਂ ਪਾਤਸ਼ਾਹ ਜੀ ਕਹਿੰਦੇ ਹਨ ਉਹ ਸਾਧ ਸੰਗਤ ਹੈ। ਕਿਉਂਕਿ ਜਿੱਥੇ ਵੀ ਰੱਬ ਦੀ ਗੱਲ ਸਚੇਤ ਜਾਂ ਅਚੇਤ ਰੂਪ ਵਿੱਚ ਉਚਾਰਨ ਕੀਤੀ ਜਾਂਦੀ ਹੈ ਉਹ ਸੰਗਤ ਬਣ ਜਾਂਦੀ ਹੈ। ਇਸ ਤਰ੍ਹਾਂ ਇਸ ਦੁਨੀਆ ਦੇ ਵਿੱਚ ਸਾਡੇ ਸੱਜਣ ਤੇ ਮਿੱਤਰ ਪਿਆਰਾ ਕਿਹੜਾ ਬਣਦਾ ਹੈ? ਇੱਕ ਤਾਂ ਗੁਰੂ, ਕਿਉਂਕਿ ਗੁਰੂ ਨੇ ਸਾਡੀ ਜਿਹੜੀ ਹੈ ਗਵਾਹੀ ਦੇਣੀ ਹੈ ਕਿ ਭਾਈ ਇਹ ਬੰਦਾ ਜਿਹੜਾ ਸੀ ਇਹਨੇ ਰੱਬ ਦਾ ਨਾਮ ਲਿਆ ਹੈ, ਇਹ ਪਾਪਾਂ ਤੋਂ ਦੂਰ ਜਾਣਾ ਚਾਹੁੰਦਾ ਸੀ, ਇਹਨੇ ਗੁਰੂ ਦੀ ਸ਼ਰਨ ਵਿੱਚ ਆਣ ਕੇ ਆਪਣੇ ਆਪ ਨੂੰ ਸਮਰਪਿਤ ਕਰਤਾ। ਗੁਰੂ ਗਵਾਹੀ ਦਿੰਦਾ ਹੈ। ਦੂਸਰੇ ਹੁੰਦੇ ਹਨ ਸਾਧ ਲੋਕ, ਕਿ ਜਿਨ੍ਹਾਂ ਦੇ ਕੋਲ ਜਾ ਕੇ ਅਸੀਂ ਆਪਣੀ ਅਰਜ਼ ਗੁਜ਼ਾਰਦੇ ਹਾਂ ਕਿ ਪਾਤਸ਼ਾਹ ਦੇ ਬੰਦਿਓ, ਗੁਰੂ ਦੇ ਬੰਦਿਓ, ਸਾਡੇ ਦੀ ਕਿਰਪਾ ਕਰੋ। ਕਿਉਂਕਿ ਜਦੋਂ ਅਸੀਂ ਮਹਾਂਪੁਰਖਾਂ ਦਾ ਜੀਵਨ ਪੜ੍ਹਦੇ ਹਾਂ ਤਾਂ ਕਈ ਲੋਕ ਮਹਾਂਪੁਰਖਾਂ ਦੇ ਕੋਲ ਜਾਂਦੇ ਸਨ ਤੇ ਆਪਣੇ ਅਵਗੁਣਾਂ ਨੂੰ ਦੱਸ ਕੇ ਕਹਿੰਦੇ ਸਨ ਕਿ ਸਾਨੂੰ ਵੀ ਨਾਮ ਜਪਣ ਦੀ ਯੁਕਤੀ ਦੱਸੋ, ਸਾਡੇ ਤੇ ਵੀ ਕਿਰਪਾ ਕਰੋ। ਇਸ ਤਰ੍ਹਾਂ ਉਹ ਸੱਜਣ ਤੇ ਉਹ ਮਿੱਤਰ ਪਿਆਰੇ ਉਹੀ ਹੁੰਦੇ ਹਨ ਜਿਹੜੇ ਅਖੀਰ ਤੱਕ ਸਾਡੇ ਨਾਲ ਨਿਭਦੇ ਹਨ। ਉਹ ਸੱਜਣ, ਉਹ ਪਿਆਰਾ ਮਿੱਤਰ ਹਮੇਸ਼ਾ ਗੁਰੂ ਹੁੰਦਾ ਹੈ ਜਾਂ ਸਾਧ ਪੁਰਖ ਹੁੰਦੇ ਹਨ। ਅਗਲੇ ਬੰਦ 'ਚ ਪਾਤਸ਼ਾਹ ਜੀ ਕਹਿੰਦੇ ਹਨ, ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਕਿ ਜਿਹਦਾ ਸ਼ਬਦ ਸੁਣਨ ਦੇ ਨਾਲ ਸਾਰੇ ਪਾਸੇ ਸੁਖ ਪਸਰ ਜਾਵੇ। ਤੇ ਉਹ ਸ਼ਬਦ ਜਿਹੜਾ ਹੈ ਕੌਣ ਦਿੰਦਾ ਹੈ? ਗੁਰੂ ਦਿੰਦਾ ਹੈ ਜਾਂ ਸਾਧੂ ਪੁਰਸ਼ਾਂ ਦੇ ਵਚਨ ਹੁੰਦੇ ਹਨ। ਕਿਉਂਕਿ ਰਹਾਉ ਦੇ ਬੰਦ ਦੇ ਆਲੇ ਦੁਆਲੇ ਸਾਨੂੰ ਰਹਿਣਾ ਪਏਗਾ। ਰਹਾਉ ਦਾ ਬੰਦ ਹੈ ਕਿ ਉਹ ਸੱਜਣ ਤੇ ਉਹ ਮਿੱਤਰ ਕਿਹੜਾ ਹੈ ਜਿਹੜਾ ਹਮੇਸ਼ਾ ਸਾਡੇ ਨਾਲ ਨਿਭਦਾ ਹੈ। ਤੇ ਪਾਤਸ਼ਾਹ ਕਹਿੰਦੇ ਜੋ ਸਾਨੂੰ ਨਾਮ ਦੇ ਨਾਲ ਜੋੜਦਾ ਹੈ,
ਤੇ ਬਾਕੀ ਸਾਰੇ ਸ਼ਬਦ ਦੇ ਵਿੱਚ ਕਿਹਾ ਦੱਸਿਆ ਹੈ ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਕਿ ਜਿਹਦਾ ਸ਼ਬਦ ਸੁਣਨ ਦੇ ਨਾਲ ਸਾਰੇ ਪਾਸੇ ਸੁੱਖ ਫੈਲ ਜਾਂਦਾ ਹੈ। ਜਾ ਕੀ ਟਹਿਲ ਜਮ ਦੂਤ ਬਦਾਰੇ, ਕਿ ਜਿਹਦੀ ਉਹ ਕਿਹੜਾ ਹੈ ਜਾਂ ਉਹ ਕਿਹੜਾ ਇਨਸਾਨ ਜਾਂ ਕਿਹੜਾ ਜੀਵ ਹੈ ਕਿ ਜਿਹਦੀ ਟਹਿਲ ਕਰਨ ਦੇ ਨਾਲ ਜਮਦੂਤਾਂ ਤੋਂ ਜਿਹੜੇ ਜਮਦੂਤਾਂ ਤੋਂ ਖਹਿੜਾ ਛੜੀ ਜਾਂਦਾ ਹੈ, ਤੇ ਉਹ ਹੈ ਜਿਹੜਾ ਰੱਬ ਦਾ ਨਾਮ ਚੇਤੇ ਕਰਾਉਂਦਾ ਹੈ। ਅਗਲੇ ਬੰਦ 'ਚ ਪਾਤਸ਼ਾਹ ਕਹਿੰਦੇ ਨੇ ਜਾ ਕੀ ਧੀਰਜ ਇਸ ਮਨਹਿ ਸਦਾਰੇ, ਕਿ ਜਿਹਦੀ ਦਿੱਤੀ ਹੋਈ ਧੀਰਜ ਇਸ ਮਨ ਦੇ ਵਿੱਚ ਸੁਧਾਰ ਕਰ ਦਿੰਦੀ ਹੈ। ਜਾ ਕੈ ਸਿਮਰਨ ਮੁਖ ਉਜਲਾਰੇ, ਜਿਹਦਾ ਸਿਮਰਨ ਕਰਨ ਦੇ ਨਾਲ ਸਾਡਾ ਮੁਖ ਉਜਲ ਹੋ ਜਾਂਦਾ ਹੈ। ਪ੍ਰਭ ਕੀ ਸੇਵਕ ਪ੍ਰਭ ਆਪ ਸਵਾਰੇ, ਤੇ ਅਖੀਰਲੇ ਬੰਦ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹੜੇ ਰੱਬ ਦੇ ਸੇਵਕ ਹੁੰਦੇ ਹਨ ਨਾ, ਰੱਬ ਉਹਨਾਂ ਨੂੰ ਆਪ ਸਵਾਰ ਦਿੰਦਾ ਹੈ। ਸਵਾਰਨ ਦਾ ਭਾਵ ਕਿ ਸਾਫ ਸੁਥਰਾ ਕਰ ਦੇਣਾ, ਕਿਉਂਕਿ ਅਸੀਂ ਮੈਲ ਦੇ ਨਾਲ ਭਰੇ ਹੋਏ ਹਾਂ, ਵਿਕਾਰਾਂ ਦੇ ਨਾਲ ਭਰੇ ਹੋਏ ਹਾਂ। ਤੇ ਅਸੀਂ ਇਹ ਗੱਲ ਵੀ ਸੋਚ ਸਕਦੇ ਹਾਂ ਕਿ ਅਸੀਂ ਤਾਂ ਨਹਾ ਕੇ ਹੈ, ਇਸ਼ਨਾਨ ਪਾਣੀ ਕੀਤਾ ਹੈ, ਨਵੇਂ ਕੱਪੜੇ ਪਾਏ ਹਨ, ਫਿਰ ਅਸੀਂ ਮੈਲ ਨਾਲ ਕਿਵੇਂ ਲਬਰੇਜ ਹਾਂ, ਮੈਲ ਸਾਨੂੰ ਕਿਵੇਂ ਲੱਗਦੀ ਹੈ। ਪਾਤਸ਼ਾਹ ਜੀ ਨੇ ਜਿਹੜੀ ਮੈਲ ਦੀ ਗੱਲ ਕੀਤੀ ਉਹ ਮਨ ਦੀ ਮੈਲ ਦੀ ਗੱਲ ਕੀਤੀ ਹੈ ਕਿ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਜਿਹੜੇ ਆਉਂਦੇ ਰਹਿੰਦੇ ਹਨ, ਮੈਲੇ ਵਿਚਾਰ। ਕਈ ਵਾਰ ਅਸੀਂ ਕੋਈ ਗੱਲ ਸੋਚਦੇ ਵੀ ਨਹੀਂ ਹੈਗੇ ਤੇ ਵਿਚਾਰ ਆਪਣੇ ਆਪ ਹੀ ਸਾਡੇ ਅੰਦਰੋਂ ਪੈਦਾ ਹੁੰਦੇ ਰਹਿੰਦੇ ਨੇ। ਇਹ ਪਾਤਸ਼ਾਹ ਜੀ ਕਹਿੰਦੇ ਜਨਮਾਂ ਜਨਮਾਂ ਦੀ ਕੀਤੀ ਹੋਈ ਕਮਾਈ ਹੈ। ਜੇ ਸਾਡੇ ਅੰਦਰ ਚੰਗੇ ਖਿਆਲ ਹੁੰਦੇ ਹਨ, ਇਹ ਵੀ ਪਿਛਲੇ ਜਨਮਾਂ ਦਾ ਜਾਂ ਇਸ ਜਨਮ ਦਾ ਫਲ ਹੈ। ਤੇ ਜੇਕਰ ਸਾਡੇ ਮਨ ਦੇ ਅੰਦਰ ਮਾੜੇ ਵਿਚਾਰ ਹੁੰਦੇ ਹਨ, ਇਹ ਵੀ ਪਿਛਲੇ ਜਨਮਾਂ ਦੀ ਕੀਤੀ ਹੋਈ ਕਮਾਈ ਹੈ। ਤੇ ਇਹ ਵਿਚਾਰਾਂ ਦੀ ਜਿਹੜੀ ਮੈਲ ਹੈ, ਅਸਲ ਵਿੱਚ ਇਹੀ ਮੈਲ ਹੈ ਜੋ ਸਾਡੇ ਮਨ ਨੂੰ ਗੰਦਾ ਰੱਖਦੀ ਹੈ। ਤੇ ਪਾਤਸ਼ਾਹ ਗੁਰੂ ਜਾਂ ਸਾਧ ਪੁਰਖ ਕੀ ਹੁੰਦੇ ਹਨ, ਉਹਨਾਂ ਨੇ ਕੁਛ ਨਹੀਂ ਕਰਨਾ ਹੁੰਦਾ, ਬਸ ਬੰਦੇ ਦੇ ਵਿਚਾਰ ਜਿਹੜੇ ਸਹੀ ਕਰ ਦਿੰਦੇ ਹਨ। ਉਹ ਬੰਦੇ ਨੂੰ ਸਹੀ ਸੋਚਣ, ਸਹੀ ਸਮਝਣ ਤੇ ਸਹੀ ਪਾਸੇ ਤੁਰਨ ਦੀ ਗੱਲ ਦੱਸ ਦਿੰਦੇ ਹਨ ਕਿ ਭਾਈ ਆਹ ਪਾਸਾ ਸਹੀ ਹੈ, ਤੂੰ ਇਸ ਪਾਸੇ ਤੁਰਨਾ ਹੈ। ਗੁਰੂ ਕਿਰਪਾ ਕਰਦਾ ਹੈ ਤੇ ਉਹਦੇ ਨਾਲ ਸਾਡੇ ਮਨ ਦੇ ਗੰਦੇ ਵਿਚਾਰ ਜਿਹੜੇ ਸੰਕਲਪ ਵਿਕਲਪ ਉੱਠਦੇ ਹਨ ਉਹ ਖਤਮ ਹੋ ਜਾਂਦੇ ਹਨ। ਤੇ ਫਿਰ ਗੁਰੂ ਦੀ ਬਖਸ਼ਿਸ਼ ਨਾਲ ਜਿੱਥੇ ਕਿਸੇ ਸਮੇਂ ਮਾੜੇ ਵਿਚਾਰ ਚੱਲਦੇ ਸਨ, ਗੰਦੇ ਵਿਚਾਰ ਚੱਲਦੇ ਸਨ, ਉੱਥੇ ਫਿਰ ਸਾਫ਼ ਵਿਚਾਰਾਂ ਦੀ ਲਹਿਰ ਆ ਜਾਂਦੀ ਹੈ। ਹਮੇਸ਼ਾ ਲੋਕਾਂ ਦਾ ਭਲਾ ਸੋਚਦਾ ਹੈ, ਲੋਕਾਂ ਦੇ ਨਾਲ ਸਹੀ ਤਰ੍ਹਾਂ ਵਿਚਰਦਾ ਹੈ, ਕਿਸੇ ਬਾਰੇ ਮਾੜਾ ਨਹੀਂ ਸੋਚਦਾ, ਹਰ ਕਿਸੇ ਦਾ ਭਲਾ ਲੋਚਦਾ। ਉਸਦੇ ਮਨ ਵਿੱਚ ਖਿਆਲ ਹੁੰਦਾ ਮੈਂ ਗੁਰੂ ਦੀ ਸ਼ਰਨ ਵਿੱਚ ਕਦੋਂ ਜਾਵਾਂਗਾ। ਉਹਦੇ ਮਨ 'ਚ ਖਿਆਲ ਹੁੰਦਾ ਹੈ ਮੈਂ ਗੁਰੂ ਘਰ ਜਾ ਕੇ ਕਿਹੜੀ ਸੇਵਾ ਕਰਾਂਗਾ, ਕਿੱਦਾਂ ਸਿਮਰਨ ਕਰਾਂਗਾ। ਫਿਰ ਉਹਦੇ ਮਨ 'ਚ ਇਹ ਵਿਚਾਰ ਹੁੰਦੇ। ਸਿਰਫ ਵਿਚਾਰਾਂ ਨੂੰ ਮੋੜਾ ਦੇਣਾ ਹੈ। ਜਿਸ ਤਰ੍ਹਾਂ ਕਿ ਪਾਣੀ ਵਹਿੰਦਾ ਹੋਵੇ ਆੜ ਦੇ ਵਿੱਚ, ਮਤਲਬ ਕਿ 4-5 ਖੇਤ ਰਸਤੇ 'ਚ ਪੈਂਦੇ ਹੋਣ, ਤੇ ਜਿਹੜੇ ਖੇਤ ਨੂੰ ਪਾਣੀ ਦੇਣਾ ਹੈ ਉਹਦੇ ਅੱਗੇ ਆਪਾਂ ਨੱਕਾ ਕਰਕੇ ਮਿੱਟੀ ਦਾ ਜਿਹੜਾ ਬੰਨ੍ਹ ਬੰਨ੍ਹ ਦਿੰਦੇ ਹਾਂ ਤੇ ਦੂਸਰੇ ਪਾਸੇ ਵੱਟ ਨੂੰ ਭੰਨ ਕੇ ਦਿੰਦੇ ਹਾਂ, ਤੇ ਪਾਣੀ ਜਿਹੜਾ ਉਸ ਖੇਤ ਵਿੱਚ ਚਲਾ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਕਰਦਾ ਹੈ। ਗੁਰੂ ਨੇ ਸਿਰਫ ਵਿਚਾਰਾਂ ਨੂੰ ਠੱਲ ਪਾਉਣੀ ਹੈ। ਜਦੋਂ ਬੰਦੇ ਦੇ ਵਿਚਾਰਾਂ ਨੂੰ ਠੱਲ ਪੈ ਜਾਂਦੀ ਹੈ ਤਾਂ ਉਹ ਸਹੀ ਪਾਸੇ ਤੁਰਦਾ, ਉਹਦੀ ਸੋਚ ਸਹੀ ਹੋ ਜਾਂਦੀ ਹੈ, ਉਹ ਗੁਰੂ ਦੇ ਸਿਮਰਨ ਵਾਲੇ ਪਾਸੇ ਤੁਰਦਾ ਹੈ। ਪਾਤਸ਼ਾਹ ਜੀ ਕਹਿੰਦੇ ਪ੍ਰਭ ਕੀ ਸੇਵਕ ਪ੍ਰਭ ਆਪ ਸਵਾਰੇ। ਇਸ ਤਰ੍ਹਾਂ ਜਿਹੜਾ ਰੱਬ ਹੈ, ਗੁਰੂ ਹੈ, ਉਹ ਆਪਣੇ ਸੇਵਕਾਂ ਨੂੰ ਆਪ ਸਵਾਰ ਦਿੰਦਾ ਹੈ। ਸ਼ਰਨ ਨਾਨਕ ਤਿਨ ਸਦ ਬਲਿਹਾਰੇ, ਤੇ ਮੈਂ ਕਹਿੰਦੇ ਕਿ ਰੱਬ ਦੀ ਸ਼ਰਨ ਵਿੱਚ ਹਾਂ ਤੇ ਉਸ ਪਰਮਾਤਮਾ ਦੇ ਤੇ ਅਜਿਹੇ ਲੋਕਾਂ ਦੇ ਮੈਂ ਬਲਿਹਾਰੇ ਜਾਣਾ ਹਾਂ ਜਿਹੜੇ ਰੱਬ ਦੇ ਨਾਲ ਜੁੜ ਜਾਂਦੇ ਹਨ, ਗੁਰੂ ਦੇ ਨਾਲ ਜੁੜ ਜਾਂਦੇ ਹਨ। ਇਸ ਤਰ੍ਹਾਂ ਅੱਜ ਦੇ ਸ਼ਬਦ ਅੰਦਰ ਪਾਤਸ਼ਾਹ ਜੀ ਨੇ ਉਹਨਾਂ ਸੱਜਣਾ ਤੇ ਉਹਨਾਂ ਮਿੱਤਰਾਂ ਦੀ ਗੱਲ ਕੀਤੀ ਹੈ ਜਿਹੜੇ ਸਾਡੇ ਨਾਲ ਨਿਭਦੇ ਹਨ ਤੇ ਜਿਹੜੇ ਸਾਨੂੰ ਸੱਚੇ ਪਾਸੇ ਤੋਰਦੇ ਹਨ। ਜਿਹੜਾ ਬੰਦਾ ਸਾਨੂੰ ਗਲਤ ਪਾਸੇ ਤੋਰੇ ਜਾਂ ਰੱਬ ਤੋਂ ਤੋਰੇ ਜਾਂ ਗੁਰੂ ਤੋਂ ਤੋੜ ਦਿੰਦਾ ਹੈ, ਉਹ ਸਾਡਾ ਸੱਜਣ ਮਿੱਤਰ ਨਹੀਂ ਹੋ ਸਕਦਾ। ਉਹ ਇਸ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਸਾਡੇ ਦੋਸਤ ਮਿੱਤਰ ਜੇ ਮਿਲਦੇ ਹਨ ਜਿਹੜੇ ਸਾਨੂੰ ਕਿਰਾਏ ਪਾਉਂਦੇ ਹਨ, ਧੱਕੇ ਨਾਲ ਪਾਉਂਦੇ ਹਨ। ਤੇ ਪਾਤਸ਼ਾਹ ਜੀ ਕਹਿੰਦੇ ਅਜਿਹੇ ਸੱਜਣਾ ਤੋਂ, ਅਜਿਹੇ ਮਿੱਤਰਾਂ ਤੋਂ ਪਾਸਾ ਵੱਟ ਲੈਣਾ ਤੇ ਸਮੇਂ ਤੋਂ ਪਹਿਲਾਂ ਪਾਸਾ ਵੱਟ ਲੈਣ ਵਿੱਚ ਭਲਾਈ ਹੈ। ਕਈ ਵਾਰ ਲੱਗਦਾ ਹੈ ਕਿ ਅਸੀਂ ਉਹਨਾਂ ਬਿਨਾਂ ਨਹੀਂ ਰਹਿ ਸਕਦੇ ਜਾਂ ਫਿਰ ਉਹ ਸਾਡੇ ਬਿਨਾਂ ਨਹੀਂ ਰਹਿ ਸਕਦੇ। ਪਾਤਸ਼ਾਹ ਜੀ ਕਹਿੰਦੇ ਸਿਰਫ ਛਲਾਵਾ ਹੈ। ਜੇ ਕੋਈ ਚੰਗੀ ਗੱਲ ਵਾਲਾ ਬੰਦਾ ਮਿਲੇ, ਗੁਰੂ ਦੀ ਗੱਲ ਕਰਦਾ ਹੈ, ਰੱਬ ਦੀ ਗੱਲ ਕਰਦਾ ਹੈ, ਚੰਗੇ ਪਾਸੇ ਤੋਰਦਾ ਹੈ, ਸੇਵਾ ਸਿਮਰਨ ਵਾਲੇ ਪਾਸੇ ਤੋਰਦਾ ਹੈ, ਉਹੀ ਸਾਡਾ ਸੱਜਣ ਹੈ, ਉਹੀ ਸਾਡਾ ਮਿੱਤਰ ਹੈ, ਉਹੀ ਅਖੀਰ ਤੱਕ ਸਾਡੇ ਨਾਲ ਨਿਭੇਗਾ। ਬਾਕੀ ਸਾਰੇ ਇੱਕ ਸਮਾਂ ਆਏਗਾ ਜਦੋਂ ਉਹਨਾਂ ਦਾ ਮਤਲਬ ਪੂਰਾ ਹੋ ਗਿਆ ਉਹ ਛੱਡ ਜਾਣਗੇ।
ਜਦੋਂ ਜਿਸ ਦਾ ਮਤਲਬ ਪੂਰਾ ਹੁੰਦਾ ਹੈ ਉਹ ਬੰਦਾ ਤੁਹਾਨੂੰ ਛੱਡਦਾ ਜਾਂਦਾ ਹੈ, ਤੇ ਜਿਸ ਨੂੰ ਮਤਲਬ ਬਣਦਾ ਜਾਂਦਾ ਹੈ ਸੰਸਾਰੀ ਲੋਕਾਂ ਨਾਲ, ਉਹ ਉਹਦੇ ਨਾਲ ਉਸੇ ਹਿਸਾਬ ਨਾਲ ਜੁੜਦਾ ਹੈ। ਕਿਸੇ ਨੂੰ ਪੈਸੇ ਦੀ ਲੋੜ ਹੈ, ਕਿਸੇ ਨੂੰ ਖਾਣ ਪੀਣ ਦੀ ਲੋੜ ਹੈ, ਕਿਸੇ ਨੂੰ ਕਿਸੇ ਹੋਰ ਪ੍ਰਕਾਰ ਦੀ ਲੋੜ ਪੈਂਦੀ, ਉਸੇ ਤਰ੍ਹਾਂ ਰਿਲੇਸ਼ਨ ਬਣਦੇ ਤੇ ਟੁੱਟਦੇ ਰਹਿੰਦੇ ਹਨ। ਪਰ ਗੁਰੂ ਦਾ ਤੇ ਸਾਧ ਸੰਗਤ ਦਾ ਰਿਲੇਸ਼ਨ ਕਦੀ ਨਹੀਂ ਟੁੱਟਦਾ। ਕਿਉਂ? ਕਿਉਂਕਿ ਗੁਰੂ ਹਮੇਸ਼ਾ ਸਤਿ ਦੀ ਗੱਲ ਸਿਖਾਉਂਦਾ ਹੈ, ਸਾਧ ਸੰਗਤ ਹਮੇਸ਼ਾ ਸੇਵਾ ਤੇ ਸਿਮਰਨ ਦੀ ਗੱਲ ਸੁਣਾਉਂਦੀ ਹੈ। ਜਿੱਥੇ ਵੀ ਅਸੀਂ ਇਕੱਲੇ ਹੋਵਾਂਗੇ ਕਦੀ ਜ਼ਿੰਦਗੀ ਵਿੱਚ, ਗੁਰੂ ਘਰ ਵੱਲ ਮੂੰਹ ਕਰ ਲੈਣਾ, ਇੱਥੇ ਹਮੇਸ਼ਾ ਹੀ ਆਪਣਾਪਣ ਮਹਿਸੂਸ ਹੋਏਗਾ। ਕਿਉਂ? ਕਿਉਂਕਿ ਇੱਥੇ ਗੁਰੂ ਦੀ ਸੇਵਾ ਤੇ ਸਿਮਰਨ ਵਾਲੇ ਲੋਕ ਜੁੜਦੇ ਹਨ, ਗੁਰੂ ਨੂੰ ਯਾਦ ਕਰਨ ਵਾਲੇ ਲੋਕ ਜੁੜਦੇ ਹਨ। ਉਹ ਹਮੇਸ਼ਾ ਸਾਨੂੰ ਦਿਲਾਸਾ ਦਿੰਦੇ ਹਨ, ਹੌਸਲਾ ਦਿੰਦੇ ਹਨ। ਕਈ ਵਾਰ ਸਾਡੀ ਭਟਕਣਾ ਜਿਹੜੀ ਹੈ ਉਹ ਉਹਨਾਂ ਲੋਕਾਂ ਕਰਕੇ ਖਤਮ ਹੋ ਜਾਂਦੀ ਹੈ ਜਿਹੜੇ ਗੁਰੂ ਨਾਲ ਪਿਆਰ। ਇਸ ਕਰਕੇ ਸਾਨੂੰ ਸਭ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਹੜੇ ਵੀ ਗੁਰੂ ਨਾਲ ਪਿਆਰ ਕਰਦੇ ਹਨ, ਗੁਰੂ ਦੀ ਸੰਗਤ ਦਾ ਆਨੰਦ ਮਾਣਦੇ ਹਨ, ਉਹਨਾਂ ਦੀ ਸੰਗਤ ਵਿੱਚ ਰਹਿਣਾ ਸਿੱਖੀਏ ਤੇ ਗੁਰੂ ਦੀ ਬਾਣੀ ਦਾ ਅਭਿਆਸ ਕਰੀਏ, ਜਾਂ ਸੁਣ ਕੇ ਜਾਂ ਪੜ੍ਹ ਕੇ। ਕਿਉਂਕਿ ਇੱਕ ਛੋਟੀ ਜਿਹੀ ਗੱਲ ਮੈਂ ਦੱਸ ਕੇ ਸਮਾਪਤੀ ਕਰ ਦੇਣਾ। ਸੰਤ ਬਾਬਾ ਦਰਸ਼ਨ ਸਿੰਘ ਜੀ ਦੀ ਜੀਵਨੀ ਲਿਖੀ ਹੈ ਡਾਕਟਰ ਗੁਰਪ੍ਰੀਤ ਸਿੰਘ ਨੇ, ਆਪਣੇ ਸਰਕਾਰੀ ਹਸਪਤਾਲ ਵਿੱਚ ਐਮਰਜੈਂਸੀ 'ਚੋਂ ਕੰਮ ਕਰਦੇ ਆ। ਤਾਂ ਉਹ ਜੀਵਨੀ ਦੇ ਵਿੱਚ ਉਹਨਾਂ ਕਿਹਾ ਹੈ ਕਿ ਸੰਤ ਬਾਬਾ ਦਰਸ਼ਨ ਸਿੰਘ ਨੂੰ ਪੜ੍ਹਾਈ ਲਿਖਾਈ ਨਹੀਂ ਸੀ ਹੁੰਦੀ ਹੈ, ਉਹ ਅਨਪੜ੍ਹ ਸਨ। ਮਹਾਂਪੁਰਖ ਆਪ ਇਸ ਗੱਲ ਨੂੰ ਮੰਨਦੇ ਸਨ ਕਿ ਮੈਨੂੰ ਤਾਂ ਪੜ੍ਹਾਈ ਲਿਖਾਈ ਨਹੀਂ ਹੁੰਦੀ ਹੈਗੀ, ਪਰ ਉਹਨਾਂ ਨੇ ਬਾਣੀ ਦਾ ਅਭਿਆਸ ਕੀਤਾ, ਉਹਨਾਂ ਨੇ ਸ਼ਬਦ ਕੰਠ ਕੀਤੇ। ਕਿਸ ਤਰ੍ਹਾਂ ਕੀਤੇ? ਇਹ ਗੱਲ ਜਿਹੜੀ ਮੇਨ ਆਪਾਂ ਨੂੰ ਸੋਚਣ ਵਾਲੀ, ਕਿ ਸਾਨੂੰ ਕਈ ਵਾਰ ਪੜ੍ਹਨਾ ਲਿਖਣਾ ਨਹੀਂ ਹੁੰਦਾ, ਸਾਨੂੰ ਬਾਣੀ ਪੜ੍ਹਨੀ ਨਹੀਂ ਹੁੰਦੀ। ਤਾਂ ਉਹ ਦੱਸਦੇ ਹਨ ਕਿ ਉਹਨਾਂ ਨੇ ਸੁਣ ਸੁਣ ਕੇ ਬਾਣੀ ਯਾਦ ਕੀਤੀ। ਜੇ ਕੋਈ ਸ਼ਬਦ ਯਾਦ ਕਰਨਾ ਨਾ, ਜਿਹਨੂੰ ਬਾਣੀ ਆਉਂਦੀ ਹੁੰਦੀ ਸੀ ਉਹਦੇ ਕੋਲ ਚੱਲ ਜਾਣਾ, ਉਹਨੂੰ ਕਹਿਣਾ ਵੀ ਮੈਨੂੰ ਇੱਕ ਇੱਕ ਦੋ ਦੋ ਪੰਕਤੀਆਂ ਕਰਕੇ, ਇੱਕ ਸ਼ਬਦ ਕਰਕੇ ਮੈਨੂੰ ਚੇਤੇ ਕਰਾ ਦੇ। ਸੁਣਦੇ ਸੁਣਦੇ ਉਹਨਾਂ ਨੇ ਕੰਠ ਕਰ ਲੈਣਾ। ਇਸੇ ਤਰ੍ਹਾਂ ਜਪਜੀ ਸਾਹਿਬ, ਹੋਰ ਪਤਾ ਨਹੀਂ ਕਿੰਨੇ ਕੁ ਸ਼ਬਦ ਉਹਨਾਂ ਨੇ ਕੰਠ ਕਰ। ਜਦੋਂ ਘਰੋਂ ਪ੍ਰਕਾਲੇ ਹੁੰਦੇ ਸਨ ਤਾਂ ਕਹਿੰਦੇ ਕਿ ਉੱਥੋਂ ਤੁਰਦਿਆਂ ਹੋਇਆਂ ਦਰਬਾਰ ਸਾਹਿਬ ਜਾਣਾ, ਉੱਥੇ ਬਹਿ ਕੇ ਕੀਰਤਨ ਸੁਣਨਾ, ਤੇ ਇੱਕ ਸ਼ਬਦ ਉਹਦੇ ਵਿੱਚ ਜਿਹੜਾ ਕੀਰਤਨ ਸੁਣਦਿਆਂ ਕੋਈ ਪੰਕਤੀਆਂ ਯਾਦ ਕਰ ਲੈਣੀਆਂ, ਫਿਰ ਸਾਰੇ ਰਸਤੇ ਤੁਰਦਿਆਂ ਤੁਰਦਿਆਂ ਉਹਨਾਂ ਨੇ ਯਾਦ ਕਰਦੇ ਆਉਣਾ। ਇਸ ਤਰ੍ਹਾਂ ਉਹਨਾਂ ਨੇ ਬਾਣੀ ਦਾ ਅਭਿਆਸ ਕੀਤਾ, ਗੁਰੂ ਦੀ ਬਾਣੀ ਪੜ੍ਹੀ। ਤੇ ਇਹਦਾ ਮਤਲਬ ਪਾਤਸ਼ਾਹ ਜਦੋਂ ਕਹਿੰਦੇ ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵ ਹੈ, ਤੇ ਇਹਦਾ ਸਾਫ਼ ਭਾਵ ਹੈ ਕਿ ਭਾਵੇਂ ਕੋਈ ਬੰਦਾ ਪੜ੍ਹਿਆ ਲਿਖਿਆ ਹੋਵੇ ਤੇ ਭਾਵੇਂ ਕੋਈ ਹੋਵੇ ਅਨਪੜ੍ਹ, ਜੇ ਗੁਰੂ ਵਾਲੇ ਪਾਸੇ ਤੁਰ ਪੈਂਦਾ ਹੈ ਤਾਂ ਉਹ ਪਰਮ ਗਤ ਨੂੰ ਪ੍ਰਾਪਤ ਕਰ ਲੈਂਦਾ ਹੈ, ਪਰਮ ਗਤ ਹਾਸਲ ਕਰ ਲੈਂਦਾ ਹੈ। ਲੋਕ ਉਹਦੇ ਅੱਗੇ ਸੀਸ ਝੁਕਾਉਂਦੇ ਹਨ। ਸਿਰਫ ਲੋੜ ਹੁੰਦੀ ਹੈ ਸਹੀ ਸੱਜਣ ਤੇ ਸਹੀ ਮਿੱਤਰਾਂ ਦੀ ਭਾਲ ਕਰਨ ਦੀ, ਜਿਹੜੀ ਸਾਨੂੰ ਗੁਰੂ ਵਾਲੇ ਪਾਸੇ ਤੁਰਨ ਤੇ ਗੁਰੂ ਦੇ ਨਾਲ ਜੋੜਨ, ਨਾ ਕਿ ਗੁਰੂ ਦੇ ਨਾਲ ਤੋੜਨ। ਇੰਨੀਆਂ ਕੁ ਵਿਚਾਰਾਂ ਕਰਦੇ ਅਨੇਕਾਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦੇਣੀ। ਫਤਿਹ ਨਾਲ ਸਾਂਝੀ ਸਤਿਕਾਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।